ਸਤਿ ਸ਼੍ਰੀ ਅਕਾਲ। ਮੈਂ ਅਰੁਣਜੀਤ ਸਿੰਘ ਬੈਰਿਸਟਰ ਅੱਜ ਆਪ ਨਾਲ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਜੋ ਨਿਊਜ਼ੀਲੈਂਡ ਦੇ ਵਿੱਚ ਸਹੂਲਤਾਂ ਹਨ ਅਤੇ ਜੋ ਰੂਲਸ ਅਤੇ ਰੈਗੂਲੇਸ਼ਨਸ ਹਨ ਉਹਨਾਂ ਦੇ ਬਾਰੇ ਗੱਲ ਕਰ ਰਿਹਾ ਹਾਂ। ਇਹ ਇਸ ਲੜੀ ਦੀ ਦੂਜੀ ਕਿਸ਼ਤ ਹੈ ਜਿਸ ਦੇ ਵਿੱਚ ਮੈਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਜੋ ਰਿਹਾਇਸ਼ ਦੀ ਸਹੂਲਤ ਹੈ, ਜਿੱਥੇ ਉਹ ਹਾਊਸਿੰਗ ਅਤੇ ਆਪਣੀ ਅਕੋਮੋਡੇਸ਼ਨ ਦਾ ਜੋ ਨਿਊਜ਼ੀਲੈਂਡ 'ਚ ਇੰਤਜ਼ਾਮ ਕਰਦੇ ਹਨ ਉਹਨਾਂ ਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਿਹਾ ਹਾਂ। ਜੋ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਤੋਂ ਜਾਂ ਹੋਰ ਦੇਸ਼ਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਆਉਂਦੇ ਹਨ, ਉਹਨਾਂ ਨੂੰ 2 ਜਾਂ 3 ਤਰੀਕੇ ਦੀਆਂ ਸਹੂਲਤਾਂ ਨਿਊਜ਼ੀਲੈਂਡ ਦੇ ਵਿੱਚ ਮੁਹੱਈਆ ਹਨ। ਪਹਿਲੀ ਹੈ ਕਿ ਉਹ ਆਪਣਾ ਮਕਾਨ ਕਿਰਾਏ 'ਤੇ ਉੱਪਰ ਲੈ ਕੇ ਖੁਦ ਇਕੱਠੇ ਹੋ ਕੇ 4-5 ਬੱਚੇ ਬੱਚੀਆਂ ਇੱਕੋ ਹੀ ਮਕਾਨ ਦੇ ਵਿੱਚ ਸ਼ੇਅਰ ਕਰਕੇ ਰੈਂਟ ਨੂੰ ਰਹਿ ਸਕਦੇ ਹਨ। ਪਰ ਜੋ ਸਭ ਤੋਂ ਵੱਧ ਪ੍ਰਚਲਿਤ ਸਾਧਨ ਹਨ ਉਹ ਹੈ ਕਿ ਵਿਅਕਤੀ ਜੋ ਇੰਟਰਨੈਸ਼ਨਲ ਸਟੂਡੈਂਟਸ ਹਨ ਉਹ ਪਸੰਦ ਕਰਦੇ ਹਨ ਕਿਸੇ ਵੀ ਪਰਿਵਾਰ ਦੇ ਵਿੱਚ ਪੇਇੰਗ ਗੈਸਟ ਰਹਿਣਾ। ਪੇਇੰਗ ਗੈਸਟ ਦੇ ਤਾਂ ਭਾਵ ਇਹ ਹੈ ਕਿ ਤੁਸੀਂ ਕਿਸੇ ਵੀ ਪਰਿਵਾਰਕ ਘਰ ਦੇ ਵਿੱਚ ਜਿੱਥੇ ਹੋਰ ਕੋਈ ਪਰਿਵਾਰ ਰਹਿੰਦਾ ਹੈ ਉੱਥੇ ਤੁਸੀਂ ਉਹਨਾਂ ਦੇ ਨਾਲ ਪਰਿਵਾਰ ਦੇ ਮੈਂਬਰ ਵਜੋਂ ਰਹਿਣਾ ਹੁੰਦਾ ਹੈ ਅਤੇ ਤੁਸੀਂ ਹਫਤੇ ਦੇ ਹਫਤੇ ਜੋ ਹੈ ਕਿਰਾਇਆ ਤੁਸੀਂ ਜਿਹਦੇ ਨਾਲ ਰਹਿੰਦੇ ਹੋ ਉਹਨੂੰ ਤੁਸੀਂ ਦੇਣਾ ਹੁੰਦਾ ਹੈ ਅਤੇ ਉਸ ਕਿਰਾਏ ਦੇ ਇਵਜ਼ ਦੇ ਵਿੱਚ ਤੁਹਾਨੂੰ ਖਾਣਾ ਅਤੇ ਨਾਲ ਜੋ ਰਿਹਾਇਸ਼ ਹੈ ਉਹ ਵੀ ਤੁਹਾਨੂੰ ਪ੍ਰਦਾਨ ਕੀਤੀ ਜਾਂਦੀ ਹੈ। ਕਈ ਲੈਂਡਲੋਰਡਸ ਜਾਂ ਆਕਿਊਪੇਸ਼ਨ ਜਿਨ੍ਹਾਂ ਦੀ ਹੁੰਦੀ ਹੈ ਉਹ ਤੁਹਾਨੂੰ ਇੰਟਰਨੈਟ ਅਤੇ ਟੈਲੀਫੋਨ ਆਦਿ ਦੀ ਸਹੂਲਤ ਵੀ ਦੇ ਦਿੰਦੇ ਹਨ, ਪਰ ਆਮ ਕਰਕੇ ਸਿਰਫ ਖਾਣਾ ਅਤੇ ਕਮਰੇ ਦੀ ਰਿਹਾਇਸ਼ ਪੇਇੰਗ ਗੈਸਟ ਨੂੰ ਦਿੱਤੀ ਜਾਂਦੀ ਹੈ। ਅਤੇ ਨਿਊਜ਼ੀਲੈਂਡ ਦੇ ਵਿੱਚ ਜੇਕਰ ਤੁਸੀਂ ਪੇਇੰਗ ਗੈਸਟ ਦੇ ਤੌਰ 'ਤੇ ਕਿਸੇ ਨਾਲ ਨਿਊਜ਼ੀਲੈਂਡ 'ਚ ਰਹਿਣਾ ਹੋਵੇ ਤਾਂ ਤੁਹਾਨੂੰ ਕੁਝ ਨਿਯਮ ਜਾਂ ਸ਼ਰਤਾਂ ਜੋ ਪੇਇੰਗ ਗੈਸਟ ਦੀਆਂ ਸਧਾਰਨ ਕਰਕੇ ਟੇਨੈਂਟਸ ਜਾਂ ਲੈਂਡਲੋਰਡਸ ਵੱਲੋਂ ਲਗਾਈ ਜਾਂਦੀਆਂ ਹਨ ਉਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਭ ਤੋਂ ਪਹਿਲੀ ਸ਼ਰਤ ਤਾਂ ਇਹ ਹੈ ਕਿ ਤੁਹਾਨੂੰ ਜਿਸ ਘਰ 'ਚ ਤੁਸੀਂ ਰਹਿ ਰਹੇ ਹੋ ਉਸ ਦੇ ਵਿੱਚ ਇੱਕ ਫੈਮਿਲੀ ਮੈਂਬਰ ਵਾਂਗੂ ਰਹਿਣਾ ਹੁੰਦਾ ਹੈ। ਤੁਸੀਂ ਉੱਥੇ ਕੋਈ ਹੋਟਲ ਦੇ ਗੈਸਟ ਵਾਂਗੂ ਨਹੀਂ ਹੋ ਕਿ ਤੁਸੀਂ ਆਪਣੇ ਬਰਤਨ ਜਾਂ ਆਪਣਾ ਕਮਰਾ ਖੁਦ ਨਹੀਂ ਸਾਫ਼ ਕਰਨਾ, ਕਿਸੇ ਨੇ ਬਾਹਰੋਂ ਆ ਕੇ ਸਾਫ਼ ਕਰਨਾ ਹੋਏ। ਪਰ ਕਿਉਂਕਿ ਤੁਸੀਂ ਪੇਇੰਗ ਗੈਸਟ ਹੋ ਤਾਂ ਤੁਹਾਡਾ ਖਾਣਾ, ਤੁਹਾਡੇ ਕੱਪੜੇ, ਤੁਹਾਡੇ ਬਰਤਨ ਜਾਂ ਤੁਹਾਡਾ ਕਮਰਾ ਜਿੱਥੇ ਤੁਸੀਂ ਰਹਿੰਦੇ ਹੋ ਉਹ ਸਫਾਈ ਰੱਖਣੀ, ਉਹਨੂੰ ਸਾਫ਼ ਕਰਨਾ ਉਹ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਜੇਕਰ ਤੁਸੀਂ ਸਮੇਂ ਸਿਰ ਆਪਣੀ ਸਾਰੀ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋ ਤਾਂ ਲੈਂਡਲੋਰਡ ਅਤੇ ਟੇਨੈਂਟਸ ਜੋ ਤੁਹਾਡੇ ਨਾਲ ਰਹਿੰਦੇ ਹਨ ਪਰਿਵਾਰ ਦੇ ਰੂਪ ਦੇ ਵਿੱਚ ਉਹ ਵੀ ਤੁਹਾਡੇ ਨਾਲ ਖੁਸ਼ ਰਹਿੰਦੇ ਹਨ, ਉਹਨਾਂ ਨੂੰ ਤੁਹਾਡੇ ਨਾਲ ਕੋਈ ਸ਼ਿਕਾਇਤ ਨਹੀਂ ਰਹਿੰਦੀ। ਦੂਸਰੀ ਸ਼ਰਤ ਹੈ ਕਿ ਜੇਕਰ ਤੁਸੀਂ ਸਮੋਕ ਕਰਦੇ ਹੋ ਜਾਂ ਤੁਹਾਨੂੰ ਕੋਈ ਸ਼ਰਾਬ ਪੀਣ ਦੀ ਲੱਤ ਹੈ ਤਾਂ ਤੁਹਾਨੂੰ ਪਹਿਲਾਂ ਕਿਰਾਏਦਾਰ ਤੋਂ ਜਾਂ ਲੈਂਡਲੋਰਡ ਤੋਂ ਪੁੱਛਣਾ ਹੋਵੇਗਾ ਕਿ ਕੀ ਉਸ ਘਰ ਦੇ ਵਿੱਚ ਸਿਗਰਟ ਸਮੋਕਿੰਗ ਜਾਂ ਸ਼ਰਾਬ ਪੀਣੀ ਅਲਾਉਡ ਹੈ। ਜੇਕਰ ਉਸ ਘਰ ਦੇ ਵਿੱਚ ਇਹ ਦੋਨੋਂ ਚੀਜ਼ਾਂ ਅਲਾਉਡ ਨਹੀਂ ਹਨ ਤਾਂ ਤੁਹਾਨੂੰ ਉਸ ਘਰ ਦੇ ਅੰਦਰ ਇਹ ਚੀਜ਼ਾਂ ਦੀ ਵਰਤੋਂ ਕਰਨੀ ਪਾਬੰਦੀ ਹੈ। ਅਤੇ ਜੇਕਰ ਤੁਸੀਂ ਇਹਨਾਂ ਸ਼ਰਤਾਂ ਨੂੰ ਪਾਲਣਾ ਕਰੋਗੇ ਤਾਂ ਹੀ ਤੁਹਾਨੂੰ ਲੈਂਡਲੋਰਡ ਅਤੇ ਜੋ ਟੇਨੈਂਟ ਹੈ ਜਿਸ ਦੇ ਨਾਲ ਤੁਸੀਂ ਰਹਿੰਦੇ ਹੋ ਉਹ ਤੁਹਾਨੂੰ ਘਰ ਦੇ ਵਿੱਚ ਰੱਖੇਗਾ। ਤੀਸਰੀ ਸ਼ਰਤ ਹੈ ਕਿ ਤੁਸੀਂ ਜਿਸ ਵੀ ਜਗ੍ਹਾ 'ਤੇ ਰਹਿੰਦੇ ਹੋ, ਭਾਵੇਂ ਉਹ ਤੁਹਾਡਾ ਕਮਰਾ ਹੋਵੇ, ਭਾਵੇਂ ਜੋ ਕੋਈ ਚੀਜ਼ ਤੁਸੀਂ ਯੂਜ਼ ਕਰ ਰਹੇ ਹੋ ਜਿਵੇਂ ਟੋਇਲਟ ਹੈ, ਜਿਵੇਂ ਵਾਸ਼ਰੂਮ ਹੈ ਜਾਂ ਕਿਚਨ ਹੈ ਜਾਂ ਕੋਈ ਹੋਰ ਇਲੈਕਟ੍ਰੋਨਿਕ ਗੈਜਟਸ ਹਨ ਜੋ ਤੁਸੀਂ ਯੂਜ਼ ਕਰ ਰਹੇ ਹੋ ਉਹਨਾਂ ਨੂੰ ਸੰਭਾਲ ਕਰਨੀ, ਉਹਨਾਂ ਦੀ ਸਾਫ਼ ਸੁਥਰਾ ਰੱਖਣਾ ਉਹ ਤੁਹਾਡੀ ਜ਼ਿੰਮੇਵਾਰੀ ਹੈ। ਜੇਕਰ ਤੁਸੀਂ ਵਾਸ਼ਰੂਮ ਦੇ ਵਿੱਚ ਨਹਾਉਣ ਜਾਂਦੇ ਹੋ ਤਾਂ ਤੁਹਾਨੂੰ ਚਾਹੀਦਾ ਹੈ ਕਿ ਜਿਸ ਤਰੀਕੇ ਨਾਲ ਤੁਹਾਨੂੰ ਸਾਫ਼ ਸੁਥਰਾ ਵਾਸ਼ਰੂਮ ਮਿਲਿਆ ਸੀ ਤੁਸੀਂ ਵੀ ਉਸੇ ਤਰੀਕੇ ਨਾਲ ਉਸ ਵਾਸ਼ਰੂਮ ਤੋਂ ਬਾਹਰ ਨਿਕਲੋ ਅਤੇ ਕਿਸੇ ਨੂੰ ਵੀ ਕੋਈ ਵੀ ਵਿਅਕਤੀ ਅਗਰ ਉਸ ਵਾਸ਼ਰੂਮ ਨੂੰ ਵਰਤਦਾ ਹੈ ਤਾਂ ਉਹਨੂੰ ਕੋਈ ਪਰੇਸ਼ਾਨੀ ਜਾਂ ਕੋਈ ਇਨਕਨਵੀਨੀਅੰਸ ਨਾ ਹੋਵੇ। ਚੌਥੀ ਗੱਲ ਹੈ ਕਿ ਤੁਹਾਨੂੰ ਆਪਣਾ ਕਮਰਾ ਜਾਂ ਆਪਣੀ ਜਿਸ ਵੀ ਜਗ੍ਹਾ 'ਤੇ ਤੁਸੀਂ ਬੈਠਦੇ ਹੋ ਜਾਂ ਰਹਿੰਦੇ ਹੋ ਜਾਂ ਤੁਸੀਂ ਯੂਜ਼ ਕਰਦੇ ਹੋ ਉਹਨੂੰ ਸਾਫ਼ ਕਰਨਾ ਉਹ ਤੁਹਾਡੀ ਜ਼ਿੰਮੇਵਾਰੀ ਹੈ। ਨਿਊਜ਼ੀਲੈਂਡ ਦੇ ਵਿੱਚ ਹਰ ਵਿਅਕਤੀ ਆਪਣਾ ਕੰਮ ਆਪ ਕਰਦਾ ਹੈ
ਤੇ ਤੁਹਾਡੀ ਵੀ ਜ਼ਿੰਮੇਵਾਰੀ ਹੈ ਕਿ ਜੇਕਰ ਤੁਸੀਂ ਕਿਸੇ ਕਮਰੇ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਉਸ ਕਮਰੇ ਦੀ, ਉਸ ਕਿਚਨ ਦੀ ਜਿੱਥੇ ਤੁਸੀਂ ਵਰਤਦੇ ਹੋ, ਜਾਂ ਉਸ ਡਾਈਨਿੰਗ ਟੇਬਲ ਦੀ ਜਿੱਥੇ ਤੁਸੀਂ ਖਾਣਾ ਖਾਂਦੇ ਹੋ, ਉਹ ਸਾਫ਼ ਕਰਨਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਉਸ ਤੋਂ ਬਾਅਦ ਤੁਹਾਨੂੰ ਜੋ ਤੁਹਾਡਾ ਕਿਰਾਇਆ ਹੈ ਉਹ ਤੁਸੀਂ ਲੈਂਡਲੋਰਡ ਨੂੰ ਜਾਂ ਟੇਨੈਂਟ ਨੂੰ ਜਿਹਦੇ ਨਾਲ ਤੁਸੀਂ ਰਹਿ ਰਹੇ ਹੋ ਉਹਨੂੰ ਐਡਵਾਂਸ ਦੇ ਵਿੱਚ ਹਰ ਹਫਤੇ ਬਿਨਾਂ ਮੰਗੇ ਦੇਣਾ ਹੁੰਦਾ ਹੈ। ਜੇਕਰ ਤੁਸੀਂ ਇਸ ਜੋ ਤੁਹਾਡੀ ਓਬਲੀਗੇਸ਼ਨ ਹੈ ਕਿਰਾਇਆ ਦੇਣ ਦੀ ਉਹਦੇ ਵਿੱਚ ਕੋਤਾਹੀ ਕਰਦੇ ਹੋ ਜਾਂ ਡਿਲੇ ਕਰਦੇ ਹੋ ਤਾਂ ਲੈਂਡਲੋਰਡ ਜਾਂ ਟੇਨੈਂਟ ਜੋ ਹੈ ਉਹ ਨਾਰਾਜ਼ ਹੁੰਦਾ ਹੈ ਅਤੇ ਤੁਹਾਨੂੰ ਅੱਗੇ ਤੋਂ ਕਿਰਾਏ 'ਤੇ ਰੱਖਣ ਨੂੰ ਜਾਂ ਪੇਇੰਗ ਗੈਸਟ ਰੱਖਣ ਨੂੰ ਤਿਆਰ ਨਹੀਂ ਹੁੰਦਾ ਹੈ। ਉਸ ਤੋਂ ਬਾਅਦ ਜੇਕਰ ਤੁਸੀਂ ਜਿਸ ਘਰ ਦੇ ਵਿੱਚ ਰਹਿ ਰਹੇ ਹੋ ਉਸ 'ਤੇ ਉਹਨਾਂ ਦੀ ਬਿਜਲੀ, ਟੈਲੀਫੋਨ, ਪਾਣੀ ਜਾਂ ਹੋਰ ਕੋਈ ਵੀ ਸਹੂਲਤ ਦੀ ਵਰਤੋਂ ਤੁਸੀਂ ਕਰ ਰਹੇ ਹੋ ਤਾਂ ਉਹਨੂੰ ਕਿਫਾਇਤਸ਼ਾਰੀ ਨਾਲ, ਉਹਨੂੰ ਸਮਝਦਾਰੀ ਦੇ ਨਾਲ ਤੁਸੀਂ ਵਰਤਣਾ ਹੈ। ਜੇਕਰ ਤੁਸੀਂ ਵਾਸ਼ਰੂਮ ਦੇ ਵਿੱਚ ਨਹਾ ਰਹੇ ਹੋ ਤਾਂ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰੋ ਜਿੰਨੀ ਲੋੜ ਹੋਵੇ, ਅਤੇ ਇਸੇ ਤਰੀਕੇ ਨਾਲ ਕਿਚਨ ਦੇ ਵਿੱਚ ਵੀ ਜੇਕਰ ਤੁਸੀਂ ਕੋਈ ਖਾਣਾ ਬਣਾ ਰਹੇ ਹੋ ਜਾਂ ਕੁਛ ਆਪ ਕੁਕਿੰਗ ਕਰ ਰਹੇ ਹੋ ਤਾਂ ਤੁਹਾਨੂੰ ਜਿੰਨੀ ਵੀ ਵਰਤੋਂ ਲੋੜ ਹੈ ਤੁਹਾਨੂੰ ਉਸ ਤੋਂ ਵੱਧ ਵਰਤੋਂ ਨਾ ਕਰੋ। ਇਸ ਦੇ ਨਾਲ ਪਰਿਵਾਰਕ ਤੌਰ 'ਤੇ ਜਦ ਤੁਸੀਂ ਕਿਸੇ ਪਰਿਵਾਰ ਦੇ ਨਾਲ ਰਹਿੰਦੇ ਹੋ ਤਾਂ ਉਹ ਵੀ ਤੁਹਾਡੀ ਕਦਰ ਕਰਦੇ ਹਨ, ਤੁਹਾਡੀ ਇੱਜ਼ਤ ਕਰਦੇ ਹਨ, ਅਤੇ ਤੁਸੀਂ ਵੀ ਉਹਨਾਂ ਦੀ ਜੋ ਖਾਣਾ ਹੈ, ਉਹਨਾਂ ਦੀ ਜੋ ਸਮੱਗਰੀ ਹੈ, ਜੋ ਉਹਨਾਂ ਦਾ ਗਰੋਸਰੀ ਹੈ ਉਹਨਾਂ ਦੇ ਕਿਚਨ ਦੇ ਵਿੱਚ, ਉਹਦੀ ਵੀ ਤੁਸੀਂ ਸਹੀ ਵਰਤੋਂ ਕਰਦੇ ਹੋ ਤਾਂ ਉਹ ਦੋਨੋਂ ਧਿਰ ਇਸ 'ਚ ਖੁਸ਼ ਰਹਿ ਸਕਦੇ ਹਨ। ਉਸ ਤੋਂ ਬਾਅਦ ਇੰਪੋਰਟੈਂਟ ਚੀਜ਼ ਜੋ ਤੁਹਾਡੇ ਲਈ ਹੈ, ਜਿੱਥੇ ਤੁਸੀਂ ਰਹਿੰਦੇ ਹੋ ਉਸ ਕਮਰੇ ਦੇ ਵਿੱਚ ਜੋ ਵੀ ਤੁਹਾਡੀ ਵੈਲਿਊਏਬਲ ਆਰਟੀਕਲਸ ਹਨ, ਜਿਵੇਂ ਮੋਬਾਈਲ ਫੋਨ ਹੈ, ਲੈਪਟਾਪ ਹੈ, ਤੁਹਾਡੇ ਦਸਤਾਵੇਜ਼ ਹਨ, ਤੁਹਾਡੇ ਸਰਟੀਫਿਕੇਟਸ ਹਨ, ਤੁਹਾਡਾ ਪਾਸਪੋਰਟ ਹੈ ਜਾਂ ਹੋਰ ਵੀ ਕੀਮਤੀ ਵਸਤਾਂ ਤੁਹਾਡੀਆਂ ਹਨ, ਤੁਹਾਡਾ ਪਰਸ ਹੈ, ਤੁਹਾਡੀ ਵਾਚ ਹੈ ਜਾਂ ਤੁਹਾਡੀ ਜੁਐਲਰੀ ਹੈ, ਉਹਨੂੰ ਤੁਸੀਂ ਸੇਫ ਅੰਡਰ ਲੌਕ ਐਂਡ ਕੀ ਸੰਭਾਲ ਕੇ ਰੱਖੋ। ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਓ ਤੁਹਾਨੂੰ ਇਹ ਪਤਾ ਹੋਵੇ ਕਿ ਵੀ ਤੁਸੀਂ ਕਿਹੜਾ ਸਮਾਨ ਆਪਣਾ ਕਿਸ ਜਗ੍ਹਾ ਦੇ ਉੱਪਰ ਸੇਫਲੀ ਅੰਡਰ ਲੌਕ ਐਂਡ ਕੀ ਰੱਖਿਆ ਹੈ, ਕਿਉਂਕਿ ਹਰ ਲੈਂਡਲੋਰਡ ਤੇ ਟੇਨੈਂਟ ਜਿਸ ਦੇ ਨਾਲ ਤੁਸੀਂ ਪੇਇੰਗ ਗੈਸਟ ਦੇ ਤੌਰ ਤੇ ਰਹਿੰਦੇ ਹੋ ਉਹ ਤੁਹਾਡੀ ਵੀ ਕਿਸੇ ਵੀ ਚੀਜ਼ ਦੀ ਜ਼ਿੰਮੇਵਾਰੀ ਨਹੀਂ ਲੈਂਦੇ। ਇਹ ਜ਼ਿੰਮੇਵਾਰੀ ਤੁਹਾਡੀ ਸੰਭਾਲ ਦੀ ਤੁਹਾਡੀ ਖੁਦ ਹੈ। ਇਸ ਕਰਕੇ ਜੋ ਵੀ ਅੰਤਰਰਾਸ਼ਟਰੀ ਵਿਦਿਆਰਥੀ ਨਿਊਜ਼ੀਲੈਂਡ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਆਉਂਦੇ ਹਨ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਆਪ ਲੈਣ। ਜੋ ਵੀ ਉਹਨਾਂ ਦਾ ਸਮਾਨ, ਵੈਲਿਊਏਬਲ ਆਰਟੀਕਲਸ ਹਨ, ਉਹ ਸਾਰਾ ਆਪਣੇ ਕੋਲ ਸੰਭਾਲ ਕੇ ਰੱਖਣ। ਉਸ ਤੋਂ ਬਾਅਦ ਲਾਸਟ ਜੋ ਇੱਕ ਸ਼ਰਤ ਹੈ ਜੋ ਲੈਂਡਲੋਰਡ ਤੇ ਟੇਨੈਂਟ ਤੁਹਾਡੇ ਤੋਂ ਐਕਸਪੈਕਟ ਕਰਦੇ ਹਨ, ਉਮੀਦ ਕਰਦੇ ਹਨ, ਉਹ ਹੈ ਕਿ ਤੁਸੀਂ ਉਹਨਾਂ ਨਾਲ ਅਤੇ ਜੋ ਵੀ ਉਸ ਘਰ ਦੇ ਵਿੱਚ ਵਿਅਕਤੀ ਰਹਿੰਦੇ ਹਨ ਜਾਂ ਗੈਸਟ ਆਉਂਦੇ ਹਨ ਉਹਨਾਂ ਦੇ ਨਾਲ ਪਿਆਰ, ਸਤਿਕਾਰ ਅਤੇ ਇੱਜ਼ਤ ਨਾਲ ਪੇਸ਼ ਆਵੋ, ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਜੋ ਵੀ ਕਲਚਰ ਹੈ ਉਹ ਸਾਰਿਆਂ ਦਾ ਪਿਆਰ ਸਤਿਕਾਰ ਦੇ ਨਾਲ, ਇੱਕ ਦੂਜੇ ਦੇ ਮਿਲਵਰਤਨ ਨਾਲ, ਇੱਕ ਦੂਜੇ ਦੀ ਮਦਦ ਦੇ ਨਾਲ ਸਾਰੇ ਇੱਥੇ ਕੰਮਕਾਜ ਕਰਦੇ ਹਨ ਅਤੇ ਰਹਿੰਦੇ ਹਨ। ਪੇਇੰਗ ਗੈਸਟ ਦੀ ਅਕੋਮੋਡੇਸ਼ਨ ਜੋ ਤੁਹਾਨੂੰ ਖਾਸ ਕਰਕੇ ਆਕਲੈਂਡ ਦੇ ਵਿੱਚ ਜਾਂ ਹੋਰ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਿੱਥੇ ਇੰਡੀਅਨ ਵਸੋਂ ਵਸਦੀ ਹੈ ਉਹਦੇ ਵਿੱਚ ਤੁਸੀਂ ਪ੍ਰਾਪਤ ਕਰ ਸਕਦੇ ਹੋ। ਬਟ ਜੇਕਰ ਅਗਰ ਤੁਹਾਨੂੰ ਕੋਈ ਪੇਇੰਗ ਗੈਸਟ ਅਕੋਮੋਡੇਸ਼ਨ ਲਈ ਸਹੂਲਤ ਨਹੀਂ ਮਿਲਦੀ ਹੈ ਤਾਂ ਦੂਸਰਾ ਰਾਹ ਹੈ ਕਿ ਤੁਸੀਂ ਕੋਈ ਆਪਣਾ ਅਪਾਰਟਮੈਂਟ ਜਾਂ ਕੋਈ ਹੋਰ ਕਿਰਾਏ ਦੇ ਉੱਪਰ ਥਾਂ ਲੈ ਕੇ ਤੁਸੀਂ ਇਕੱਠੇ ਵਿਅਕਤੀ, ਸਟੂਡੈਂਟਸ ਇਕੱਠੇ ਰਹਿ ਸਕਦੇ ਹੋ ਅਤੇ ਆਪਣੀ ਜੋ ਖਰਚੇ ਹੈ ਉਹ ਸ਼ੇਅਰ ਕਰ ਸਕਦੇ ਹੋ। ਜੇਕਰ ਕਿਸੇ ਨੇ ਕਿਰਾਏ ਦੇ ਉੱਪਰ ਨਿਊਜ਼ੀਲੈਂਡ ਦੇ ਵਿੱਚ ਮਕਾਨ ਲੈਣਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਜੋ ਕਿਰਾਏਦਾਰਾਂ ਤੇ ਮਾਲਕ ਮਕਾਨ ਦੇ ਵਿੱਚ ਜੋ ਸੰਬੰਧ ਹਨ, ਜੋ ਉਹਨਾਂ ਦੇ ਸ਼ਰਤਾਂ ਹਨ, ਕਾਨੂੰਨ ਹੈ, ਉਹਦੇ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਤੁਸੀਂ ਆਪਣੇ ਹੱਕਾਂ ਨੂੰ ਅਤੇ ਆਪਣੀ ਜ਼ਿੰਮੇਵਾਰੀਆਂ ਨੂੰ ਨਹੀਂ ਸਮਝੋਗੇ ਅਤੇ ਤੁਸੀਂ ਬਾਅਦ ਦੇ ਵਿੱਚ ਤੁਹਾਡਾ ਕੋਈ ਲੈਂਡਲੋਰਡ ਨਾਲ ਡਿਸਪਿਊਟ ਪੈਦਾ ਹੁੰਦਾ ਹੈ ਤਾਂ ਤੁਹਾਨੂੰ ਅਗਰ ਕਾਨੂੰਨ ਦੀ ਸਮਝ ਨਹੀਂ ਹੈ, ਜਾਣਕਾਰੀ ਨਹੀਂ ਹੈ ਤਾਂ ਤੁਸੀਂ ਆਪਣੇ ਆਪ ਨੂੰ ਮੁਸ਼ਕਲ ਦੇ ਵਿੱਚ ਪਾ ਸਕਦੇ ਹੋ। ਜੋ ਲੈਂਡਲੋਰਡ ਤੇ ਟੇਨੈਂਟਸ ਦੇ ਵਿੱਚ ਜੋ ਕਾਨੂੰਨ ਨਿਊਜ਼ੀਲੈਂਡ ਦੇ ਵਿੱਚ ਲਾਗੂ ਹੁੰਦਾ ਹੈ ਉਹਨੂੰ ਰੈਜ਼ੀਡੈਂਸ਼ੀਅਲ ਟੈਨੈਂਸੀਜ਼ ਐਕਟ ਕਿਹਾ ਜਾਂਦਾ ਹੈ। ਇਸ ਦੇ ਹੇਠ ਕੁਝ ਜ਼ਿੰਮੇਵਾਰੀਆਂ ਮਕਾਨ ਮਾਲਕ ਦੀਆਂ, ਲੈਂਡਲੋਰਡ ਦੀਆਂ ਹੁੰਦੀਆਂ ਹਨ ਅਤੇ ਕੁਝ ਜ਼ਿੰਮੇਵਾਰੀਆਂ ਜੋ ਟੇਨੈਂਟਸ ਦੀਆਂ ਹੁੰਦੀਆਂ ਹਨ।
ਤਾਂ ਉਸ ਦੇ ਵਿੱਚ ਜੋ ਵੀ ਤੁਸੀਂ ਜਾਣਕਾਰੀ ਲੈਂਡਲੋਰਡਸ ਦੇ ਰਾਈਟਸ ਤੇ ਓਬਲੀਗੇਸ਼ਨਸ ਤੇ ਟੈਨੈਂਟਸ ਦੇ ਰਾਈਟਸ ਐਂਡ ਓਬਲੀਗੇਸ਼ਨਸ ਬਾਰੇ ਲੈਣਾ ਚਾਹੁੰਦੇ ਹੋ, ਉਹ ਸਰਕਾਰੀ ਜੋ ਡਿਪਾਰਟਮੈਂਟ ਹੈ, ਡਿਪਾਰਟਮੈਂਟ ਆਫ ਬਿਲਡਿੰਗ ਐਂਡ ਹਾਊਸਿੰਗ ਨਿਊਜ਼ੀਲੈਂਡ, ਉਹਦੇ ਵੱਲੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ। ਉਹਨਾਂ ਦੀ ਵੈਬਸਾਈਟ ਦਾ ਐਡਰੈਸ ਹੈ www.dbh.govt.nz। मैं रिपीट करता हाँ, www.dbh.govt.nz। ਇਹ ਡਿਪਾਰਟਮੈਂਟ ਆਫ ਬਿਲਡਿੰਗ ਐਂਡ ਹਾਊਸਿੰਗ ਪੂਰੇ ਨਿਊਜ਼ੀਲੈਂਡ ਦੇ ਵਿੱਚ ਲੈਂਡਲੋਰਡਸ ਤੇ ਟੈਨੈਂਟਸ ਦੇ ਵਿੱਚ ਕੋਈ ਵੀ ਡਿਸਪਿਊਟ ਹੁੰਦਾ ਹੈ ਉਹਨੂੰ ਦੇਖਦਾ ਹੈ, ਤੇ ਉਹਨਾਂ ਦੇ ਅੰਡਰ ਟ੍ਰਿਬਿਊਨਲਸ ਬਣੇ ਹੋਏ ਹਨ, ਫਿਰ ਜ਼ਿਲ੍ਹਾ ਅਦਾਲਤਾਂ ਹਨ ਜੋ ਅਪੀਲਾਂ ਦੀ ਸੁਣਵਾਈ ਕਰਦੀ ਹੈ। ਤੇ ਇਸ ਦੇ ਵਿੱਚ ਤੁਹਾਨੂੰ ਐਜ਼ ਏ ਟੈਨੈਂਟ ਤੁਹਾਡੇ ਕੁਝ ਹੱਕ ਵੀ ਦੱਸੇ ਗਏ ਹਨ। ਜੇਕਰ ਤੁਹਾਨੂੰ ਉਹਨਾਂ ਹੱਕਾਂ ਦਾ ਪਤਾ ਹੈ ਤਾਂ ਤੁਸੀਂ ਆਪਣੇ ਲੈਂਡਲੋਰਡ ਨੂੰ ਕਹਿ ਸਕਦੇ ਹੋ ਕਿ ਮੇਰਾ ਇਹ ਹੱਕ ਹੈ ਇਸ ਪ੍ਰਾਪਰਟੀ ਦੇ ਵਿੱਚ ਐਜ਼ ਏ ਟੈਨੈਂਟ, ਤਾਂ ਉਸ ਨੂੰ ਉਹ ਚੀਜ਼ਾਂ ਜੋ ਵੀ ਤੁਹਾਨੂੰ ਸ਼ਿਕਾਇਤਾਂ ਹੈ ਉਹ ਦੂਰ ਕਰਨੀਆਂ ਹੋਣਗੀਆਂ। ਉਸੇ ਤਰੀਕੇ ਨਾਲ ਜੇਕਰ ਲੈਂਡਲੋਰਡ ਦਾ ਕਿਸੇ ਵੀ ਗੱਲ ਦੇ ਉੱਪਰ ਹੱਕ ਹੈ ਤੇ ਉਹਨੂੰ ਤੁਹਾਡੇ ਤੋਂ ਕੋਈ ਸ਼ਿਕਾਇਤ ਹੈ ਤਾਂ ਉਹ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਨੋਟਿਸ ਦੇ ਕੇ ਉਹ ਸ਼ਿਕਾਇਤ ਨੂੰ ਦੂਰ ਕਰਨ ਲਈ ਕਹਿ ਸਕਦਾ ਹੈ। ਜੇਕਰ ਤੁਸੀਂ ਹਫਤੇ ਦੇ ਹਫਤੇ ਆਪਣਾ ਬਣਦਾ ਕਿਰਾਇਆ ਲੈਂਡਲੋਰਡ ਨੂੰ ਨਹੀਂ ਦਿੰਦੇ ਹੋ ਤਾਂ ਲੈਂਡਲੋਰਡ ਤੁਹਾਨੂੰ 10 ਦਿਨ ਦੇ ਏਰੀਅਰਸ ਦੇ ਹੋਣ ਦੇ ਜੋ ਏਰੀਅਰਸ ਆਫ ਰੈਂਟ ਹੈ ਉਸ ਦੇ ਕਰਕੇ ਨੋਟਿਸ ਦੇ ਕੇ ਤੁਹਾਨੂੰ ਨਿਕਾਲਣ ਦੀ ਕਾਰਵਾਈ ਸ਼ੁਰੂ ਕਰ ਸਕਦਾ ਹੈ। ਜਦੋਂ ਵੀ ਤੁਸੀਂ ਕੋਈ ਕਿਰਾਏ 'ਤੇ ਮਕਾਨ ਲੈਂਦੇ ਹੋ ਤਾਂ ਉਹ 2-3 ਤਰੀਕੇ ਨਾਲ ਉਸ ਦੀ ਭਾਲ ਕੀਤੀ ਜਾ ਸਕਦੀ ਹੈ। ਪਹਿਲਾ ਤਰੀਕਾ ਹੈ ਕਿ ਤੁਸੀਂ ਜੋ ਪ੍ਰੋਪਰਟੀ ਮੈਨੇਜਰਸ ਕੰਪਨੀਆਂ ਬਣੀਆਂ ਹੋਈਆਂ ਹਨ ਪ੍ਰੋਪਰਟੀ ਮੈਨੇਜਮੈਂਟ ਦੀ, ਤਾਂ ਉਹਨਾਂ ਦੇ ਅੰਦਰ ਪ੍ਰੋਪਰਟੀ ਮੈਨੇਜਰਸ ਹਨ, ਤੁਸੀਂ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ ਤੇ ਉਹਨਾਂ ਦੀ ਲਿਸਟ ਤੁਸੀਂ ਇੰਟਰਨੈਟ ਤੋਂ ਵੀ ਪ੍ਰਾਪਤ ਕਰ ਸਕਦੇ ਹੋ। ਉਹਨਾਂ ਨੂੰ ਤੁਸੀਂ ਅਪਰੋਚ ਕਰਕੇ ਦੱਸ ਸਕਦੇ ਹੋ ਕਿ ਤੁਹਾਡੀ ਜ਼ਰੂਰਤ ਕਿਰਾਏ ਦੀ ਕਿਸ ਜਗ੍ਹਾ ਦੇ ਉੱਪਰ ਤੇ ਕਿੰਨਾ ਕਿਰਾਇਆ ਤੁਸੀਂ ਅਫੋਰਡ ਕਰ ਸਕਦੇ ਹੋ, ਕਿੰਨੇ ਕਮਰਿਆਂ ਦਾ ਤੁਹਾਨੂੰ ਮਕਾਨ ਚਾਹੀਦਾ ਹੈ, ਤੇ ਉਸ ਤੁਹਾਨੂੰ ਵੱਖੋ ਵੱਖਰੇ ਏਰੀਏ ਦੇ ਵਿੱਚ ਮਕਾਨ ਦਿਖਾ ਸਕਦੇ ਹਨ। ਤੇ ਜਿਹੜੀ ਤੁਹਾਨੂੰ ਪਸੰਦ ਆਉਂਦੀ ਹੈ ਪ੍ਰਾਪਰਟੀ ਉਹਦੇ ਬਾਰੇ ਤੁਸੀਂ ਉਹਦੇ ਨਾਲ ਐਗਰੀਮੈਂਟ, ਟੈਨੈਂਸੀ ਐਗਰੀਮੈਂਟ ਹੁੰਦਾ ਹੈ, ਉਹ ਸਾਈਨ ਕਰ ਸਕਦੇ ਹੋ। ਦੂਸਰਾ ਰਾਹ ਹੈ ਕਿ ਤੁਸੀਂ ਅਖਬਾਰਾਂ ਦੇ ਥਰੂ, ਜਿੱਥੇ ਲੋਕਲ ਏਰੀਆ ਦੀ ਅਖਬਾਰਾਂ ਪੂਰੇ ਨਿਊਜ਼ੀਲੈਂਡ ਦੇ ਵਿੱਚ ਨਿਕਲਦੀਆਂ ਹਨ, ਪ੍ਰਕਾਸ਼ਿਤ ਹੁੰਦੀਆਂ ਹਨ, ਤੁਸੀਂ ਉਹਨਾਂ ਤੋਂ ਵੀ ਟੂ ਲੈਟ ਦੇ ਜਿੱਥੇ ਵੀ ਇਸ਼ਤਿਹਾਰ ਦਿੱਤੇ ਹੁੰਦੇ ਹਨ ਉਹਨਾਂ ਨੂੰ ਡਿਟੇਲਸ ਉੱਥੋਂ ਦੇਖ ਕੇ ਫੋਨ ਕਰਕੇ ਤੁਸੀਂ ਉਹਦੇ ਬਾਰੇ ਵੀ ਪਤਾ ਕਰ ਸਕਦੇ ਹੋ। ਜਦੋਂ ਤੁਸੀਂ ਕਿਸੇ ਏਜੰਟ ਦੇ ਥਰੂ ਜਾਂ ਕਿਸੇ ਲੈਂਡਲੋਰਡ ਨੂੰ ਡਾਇਰੈਕਟ ਅਪਰੋਚ ਕਰਦੇ ਹੋ ਮਕਾਨ ਕਿਰਾਏ 'ਤੇ ਲੈਣ ਲਈ, ਤਾਂ ਉਸ ਦੇ ਵਿੱਚ ਤੁਹਾਨੂੰ ਜੋ ਲੈਂਡਲੋਰਡ ਹੈ ਜਾਂ ਪ੍ਰੋਪਰਟੀ ਮੈਨੇਜਰ ਹੈ ਉਹ 2 ਹਫ਼ਤਿਆਂ ਦਾ ਜਾਂ 4 ਹਫ਼ਤਿਆਂ ਦਾ ਐਡਵਾਂਸ ਰੈਂਟ ਬੌਂਡ ਦੇ ਰੂਪ ਵਿੱਚ ਤੁਹਾਡੇ ਤੋਂ ਮੰਗ ਕਰਦਾ ਹੈ। ਇਹ ਕਾਨੂੰਨੀ ਗੱਲ ਹੈ ਨਿਊਜ਼ੀਲੈਂਡ ਦੇ ਵਿੱਚ ਕਿ ਜੇਕਰ ਤੁਸੀਂ ਟੈਨੈਂਸੀ ਐਗਰੀਮੈਂਟ ਸਾਈਨ ਕਰਦੇ ਹੋ ਤਾਂ ਕੁਝ ਬੌਂਡ ਮਨੀ ਜਿਹਨੂੰ ਸਿਕਿਉਰਿਟੀ ਦੇ ਰੂਪ 'ਚ ਲੈਂਡਲੋਰਡ ਜਾਂ ਉਹਦਾ ਏਜੰਟ ਰੱਖਦਾ ਹੈ ਆਪਣੇ ਕੋਲ, ਉਹ ਤੁਹਾਨੂੰ ਦੇਣੀ ਜ਼ਰੂਰੀ ਹੁੰਦੀ ਹੈ। ਇਸ ਦੇ ਨਾਲ ਜੇਕਰ ਤੁਹਾਨੂੰ ਕੋਈ ਸ਼ਿਕਾਇਤ ਹੈ ਲੈਂਡਲੋਰਡ ਤੋਂ ਅਤੇ ਤੁਸੀਂ ਉਹ ਮਕਾਨ ਖਾਲੀ ਕਰਕੇ ਚਲੇ ਗਏ ਹੋ ਤਾਂ ਉਹ ਬੌਂਡ ਮਨੀ ਤੁਹਾਨੂੰ ਹੀ ਵਾਪਸ ਮਿਲੇਗੀ, ਕਿਉਂਕਿ ਉਹ ਲੈਂਡਲੋਰਡ ਨੂੰ ਜਾਂ ਉਸਦੇ ਏਜੰਟ ਨੂੰ ਇਹ ਮਨੀ, ਇਹ ਜੋ ਪੈਸਾ ਹੈ, ਇਹ ਜੋ ਰਕਮ ਹੈ ਉਹ ਡਿਪਾਰਟਮੈਂਟ ਆਫ ਬਿਲਡਿੰਗ ਐਂਡ ਹਾਊਸਿੰਗ ਦੇ ਕੋਲ ਜਮ੍ਹਾਂ ਕਰਵਾਉਣਾ ਹੁੰਦਾ ਹੈ। ਇਹ ਜੋ ਰਕਮ ਹੈ ਬੌਂਡ ਦੇ ਰੂਪ ਦੇ ਵਿੱਚ, ਇਹ ਉਹ ਕੋਈ ਵੀ ਮਕਾਨ ਮਾਲਕ, ਲੈਂਡਲੋਰਡ ਜਾਂ ਜੋ ਏਜੰਟ ਹੈ, ਪ੍ਰੋਪਰਟੀ ਮੈਨੇਜਰ ਹੈ, ਉਹ ਆਪਣੇ ਕੋਲ ਨਹੀਂ ਰੱਖ ਸਕਦਾ। ਇਸ ਕਰਕੇ ਜੇਕਰ ਤੁਹਾਡੇ ਲੈਂਡਲੋਰਡ ਨੂੰ ਤੁਹਾਡੇ ਤੋਂ ਕੋਈ ਸ਼ਿਕਾਇਤ ਹੈ ਜੋ ਤੁਸੀਂ ਕੋਈ ਬਿਲਡਿੰਗ ਦਾ ਡੈਮੇਜ ਕੀਤਾ ਹੈ ਜਾਂ ਤੁਸੀਂ ਕਿਰਾਇਆ ਦੇ ਬਿਨਾਂ ਮਕਾਨ ਨੂੰ ਖਾਲੀ ਕਰਕੇ ਚਲੇ ਜਾਂਦੇ ਹੋ, ਅਬੰਡਨ ਕਰ ਦਿੰਦੇ ਹੋ, ਤਾਂ ਤੁਹਾਨੂੰ ਜੋ ਲੈਂਡਲੋਰਡ ਹੈ ਉਹ ਅਦਾਲਤ ਦੇ ਥਰੂ ਤੁਹਾਡਾ ਬੌਂਡ ਆਪਣੇ ਕੋਲ ਲੈ ਲੈਂਦਾ ਹੈ ਤੇ ਜੋ ਤੁਹਾਡਾ ਬਣਦਾ ਕਿਰਾਇਆ ਸੀ ਉਹ ਬੌਂਡ ਦੇ ਰੂਪ ਦੇ ਵਿੱਚ ਵਸੂਲ ਕਰ ਲੈਂਦਾ ਹੈ। ਇਸ ਤਰੀਕੇ ਨਾਲ ਜਿਤਨੀ ਵੀ ਕੋਈ ਤੁਹਾਨੂੰ ਸ਼ਿਕਾਇਤਾਂ ਹਨ ਜਾਂ ਜਾਣਕਾਰੀ ਲੈਣੀ ਹੋਵੇ ਐਜ਼ ਅ ਟੈਨੈਂਟ ਤੁਹਾਡੇ ਰਾਈਟਸ ਦੀ ਅਤੇ ਤੁਹਾਡੇ ਓਬਲੀਗੇਸ਼ਨਸ ਦੀ, ਤਾਂ ਤੁਸੀਂ ਜ਼ਰੂਰ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਜੋ ਵੈਬਸਾਈਟ ਹੈ ਗਵਰਨਮੈਂਟ ਦੀ www.dbh
.gov.nz ਉਸ ਦੇ ਉੱਪਰ ਜਾ ਕੇ ਆਪਣੇ ਹੱਕ ਅਤੇ ਆਪਣੀ ਜ਼ਿੰਮੇਵਾਰੀਆਂ ਦੀ ਪਛਾਣ ਪੂਰੀ ਜਾਣਕਾਰੀ ਲੈ ਸਕਦੇ ਹੋ। ਤੇ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਲੈਂਡਲੋਰਡ ਅਤੇ ਟੈਨੈਂਟ ਡਿਸਪਿਊਟ ਦੇ ਵਿੱਚ ਕੋਈ ਆਉਂਦੀ ਹੈ ਨਿਊਜ਼ੀਲੈਂਡ ਦੇ ਵਿੱਚ, ਤਾਂ ਤੁਸੀਂ ਸਾਡੀ ਸੰਸਥਾ ਵੋਲੰਟਰੀ ਲਾਅ ਐਸੋਸੀਏਸ਼ਨ ਆਫ ਇੰਡੀਆ ਨਿਊਜ਼ੀਲੈਂਡ ਦੀ ਵੈਬਸਾਈਟ ਤੇ ਆ ਕੇ ਵੀ ਜਾਂ ਸਾਡੇ ਨਾਲ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ।